केसरी ਦੇ ऑफिशियल पेज ਤੇ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿੱਚ, ਜਿੱਥੇ ਮੌਜੂਦ ਹਨ ਮਾਰਕੀਟ ਕਮੇਟੀ ਦੇ ਯੰਗ ਚੇਅਰਮੈਨ ਮਿਸਟਰ ਰਾਜਬਖਸ਼ ਕੰਬੋਜ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਜਦੋਂ ਦਾ ਉਹਨਾਂ ਨੇ ਚੇਅਰਮੈਨੀ ਦਾ ਪਦਭਾਰ ਸੰਭਾਲਿਆ ਹੈ, ਉਸ ਤੋਂ ਬਾਅਦ ਉਹਨਾਂ ਦੀ ਮੰਡੀ ਦੇ ਪ੍ਰਤੀ, ਅਨਾਜ ਮੰਡੀ ਦੇ ਪ੍ਰਤੀ ਕੀ ਕਾਰਗੁਜ਼ਾਰੀ ਹੈ, सब्जी मंडी के प्रति की कारगुजारी है, शहर के प्रति की कारगुजारी है, कितना कुछ सुधार किया है, कितना कुछ सुधार अजे करना है, अते जिस तरह जो इस समय लिफ्टिंग का माहौल चल रहा है या मंडी के सीजन चल रहा है, सीजन किवें पूरा होया है अते आने वाला पेपर होएगा। राजबख्श जी, देखो मार्केट कमेटी जलालाबाद दे विच मैनूं रामिंदर सिंह आवला जी के आशीर्वाद के नाल पार्टी के साढ़े सारे वर्करां दी मेहर सदका इत्थे बिठाया गया और मेरी कोशिश है कि मैं मार्केट कमेटी के हर काम नूं सुचारू ढंग दे नाल लागू करावां, जिहदे नाल साडे लोगां नूं, आड़ती वीरां नूं, साडे किसान वीरां नूं, मेरे मजदूर वीरां नूं और साडे जिन्ने भी इत्थे होर मंडी दे नाल संबंधित मजदूर है, कच्ची पक्की लेबर है, जां साडी सब्जी मंडी दे आड़ती वीर ने, जां रेहड़ी फूड़ी वाले साडे जेहड़े साडे भरा ने, उन्हां सारिआं नूं कोई ना कोई सही ढंग दे नाल मार्केट कमेटी दे वल्लों सुविधा मिले, जिहदे नाल उन्हां नूं सही फायदे मिल सकन। मैं तुहानूं इह गल तो जाणू कराउणा चाहुंदा है कि मैं जिस दिन तो ही इत्थे चार्ज संभालिआ, मैं उस दिन तो ही इह शुरुआत करती सीगी कि ਜਿਹੜੀਆਂ ਸਾਡੀਆਂ ਸੜਕਾਂ ਨੇ ਟੁੱਟੀਆਂ ਪਈਆਂ ਨੇ ਔਰ ਇਹਨਾਂ ਦਾ ਸੁਧਾਰ ਕੀਤਾ ਜਾਵੇ। ਇਹਨਾਂ ਦੇ ਮੈਂ ਟੈਂਡਰ ਪਾਸ ਕਰਵਾਤੇ ਹੈ। ਹੁਣ ਕੰਮ ਸ਼ੁਰੂ ਹੋਣਾ ਸੀ, ਸੀਜ਼ਨ ਹੋ ਗਿਆ ਸ਼ੁਰੂ, ਸੀਜ਼ਨ ਦੇ ਵਿੱਚ ਅਸੀਂ ਕੰਮ ਨਹੀਂ ਸੀ ਕਰ ਸਕਦੇ, ਟੈਂਡਰ ਪਾਸ ਹੋ ਗਏ ਨੇ ਆ ਮੇਨ ਸੜਕ ਦੇ, ਔਰ ਸੀਜ਼ਨ ਖਤਮ ਹੁੰਦਿਆਂ ਦੇ ਨਾਲ ਅਸੀਂ ਇਹਦੀ ਵੀ ਇੰਪਰੂਵਮੈਂਟ ਕਰਕੇ ਇਹਨੂੰ ਬਹੁਤ ਸੋਹਣੀ ਮੰਡੀ ਜਿਹੜੀ ਬਣਾਵਾਂਗੇ, ਇਹਦੀ ਐਂਟਰੀ ਐਵੇਂ ਲੱਗੇਗੀ ਕਿ ਪੰਜਾਬ 'ਚੋਂ ਬਹੁਤ ਚੰਗੀਆਂ ਮੰਡੀਆਂ 'ਚੋਂ। ਦੂਸਰੀ ਗੱਲ, ਸਾਡੇ ਪੰਜਾਬ ਜਲਾਲਾਬਾਦ ਦੀ ਮਾਰਕੀਟ ਮੰਡੀ ਸੀ ਜਿਹੜੀ ਕਮੇਟੀ ਸੀਗੀ, ਇਹਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਕਿ ਜਦੋਂ ਬਾਰਿਸ਼ ਆ ਜਾਂਦੀ ਹੈ ਉਸ ਵੇਲੇ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਹੈ ਔਰ ਉਹਦੇ ਨਾਲ ਸਾਡੇ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਔਰ ਆੜਤੀ ਵੀਰਾਂ ਨੂੰ ਬੜੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਮੈਂ ਉਹਨੂੰ ਜਲਦੀ ਕਿਉਂਕਿ ਮੈਨੂੰ ਪਤਾ ਸੀ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਮੈਂ ਜਲਦੀ ਉਹਦੇ 'ਚ ਕੁਛ ਅਸੀਂ ਰੇਨ ਵਾਟਰਿੰਗ ਸਿਸਟਮ ਦੇ ਨਾਲ ਅਸੀਂ ਬੋਰ ਕਰਵਾਏ ਹੈ ਔਰ ਜਿਹਦੇ ਨਾਲ ਪਾਣੀ ਦੀ ਨਿਕਾਸੀ ਜਿਹੜੀ ਕੀਤੀ ਜਾ ਸਕੇ, ਜਲਦੀ ਜਿਹੜਾ ਹੱਲ ਸੀਗਾ, ਸਸਤਾ ਤੇ ਸੌਖਾ ਹੱਲ, ਕਿ ਇੱਕ ਵਾਰੀ ਸਾਡੇ ਕਿਸਾਨਾਂ ਨੂੰ ਇਹ ਮੁਸ਼ਕਲ ਨਾ ਆਵੇ, ਉਹ ਮੈਂ ਸ਼ੁਰੂਆਤ ਕਰਵਾਤੀ ਸੀ। 2 ਅਸੀਂ ਕਰਵਾਤੇ, 2-3 ਦੇ ਕਰੀਬ ਅਸੀਂ ਹੋਰ ਕਰਵਾਉਣੇ ਹੈ ਔਰ ਮੇਰਾ ਇਹ ਵਾਅਦਾ ਹੈ ਕਿ ਮੰਡੀ 'ਚ ਪਾਣੀ ਅਸੀਂ ਬਿਲਕੁਲ ਨਹੀਂ ਖੜਨ ਦਾਂਗੇ, ਜਿਹੜੀ ਕਿ ਬੜੀ ਵੱਡੀ ਪਰੇਸ਼ਾਨੀ ਸੀ, ਉਹਦਾ ਵੀ ਅਸੀਂ ਹੱਲ ਕੱਢਤਾ। ਹੁਣ ਤੀਸਰੀ ਗੱਲ, ਤੁਸੀਂ ਆ ਜਾਓ ਸਬਜ਼ੀ ਮੰਡੀ 'ਤੇ। ਸਬਜ਼ੀ ਮੰਡੀ ਦੇ ਵਿੱਚ ਉੱਥੇ ਆੜਤੀ ਸਾਹਿਬਾਨ ਕੰਮ ਕਰਦੇ ਸੀ, ਉੱਥੇ ਰੇਹੜੀ ਫੜੀ ਵਾਲੇ ਸੀਗੇ, ਬੜਾ ਕੜਮੱਸ ਵੱਜਿਆ ਹੁੰਦਾ ਸੀਗਾ, ਕੋਈ ਸਮਝ ਨਹੀਂ ਆਉਂਦੀ ਸੀ ਸਬਜ਼ੀ ਖਰੀਦਣ ਵਾਲੇ ਨੂੰ ਵੀ ਕਿਹਦੇ ਕੋਲੋਂ ਸਬਜ਼ੀ ਖਰੀਦੀਏ, ਕਿੱਧਰੋਂ ਵੜੀਏ, ਕਿੱਧਰੋਂ ਨਿਕਲੀਏ। ਮੈਂ ਜਦੋਂ ਆ ਕੇ ਦੇਖਿਆ, ਮੈਨੂੰ ਇਹ ਬਹੁਤ MLA ਸਾਹਿਬ ਦੀ ਹਦਾਇਤ ਸੀ, ਉਹਨਾਂ ਨੇ ਵੀ ਵੇਖਿਆ, MLA ਸਾਹਿਬ ਨੇ ਵੀ 1-2 ਵਾਰੀ, ਔਰ ਮੈਨੂੰ ਉਹਨਾਂ ਦਾ ਹੁਕਮ ਸੀ ਪਹਿਲਾਂ ਹੀ ਕਿ ਯਾਰ ਆਹ ਹੱਲ ਕੱਢਣਾ ਤੁਸੀਂ। ਹੁਣ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਵਾਰ ਤੁਸੀਂ ਕੱਲ੍ਹ ਜਦੋਂ ਸਵੇਰੇ ਇਹ ਰੇਹੜੀ ਫੜੀ ਵਾਲਿਆਂ ਦਾ ਬਾਹਰ ਕੰਮ ਲੱਗਿਆ ਹੋਵੇ ਤਾਂ ਤੁਸੀਂ ਆ ਕੇ ਇੱਕ ਵਾਰੀ ਉਹਦੀ ਰਿਕਾਰਡਿੰਗ ਕਰਕੇ ਸ਼ਾਟ ਲੈ ਕੇ ਜ਼ਰੂਰ ਜਾਇਓ ਅਤੇ ਉਹਨੂੰ ਦੇਖਿਓ ਕਿ ਪੂਰੇ ਸ਼ਹਿਰ ਦਾ ਇਸ ਵੇਲੇ ਕਸਟਮਰ ਜਿਹੜਾ ਹੈ ਇੱਥੋਂ ਸਬਜ਼ੀ ਅਤੇ ਫਰੂਟ ਖਰੀਦਣ ਆਉਣ ਲੱਗ ਗਿਆ। ਇੱਕ ਸਿਰੇ ਤੋਂ ਲੱਗਦਾ ਔਰ 150 ਰੇਹੜੀ ਹੈ, 150 ਰੇਹੜੀ ਦੇ ਵਿੱਚ ਉਹ ਬੰਦਾ ਜਾ ਕੇ ਆਪਣਾ ਰੇਟ ਟਰਾਈ ਕਰ ਸਕਦਾ, ਆਪਣੀ ਕੁਆਲਿਟੀ ਟਰਾਈ ਕਰ ਸਕਦਾ। ਤਾਂ ਐਡਾ ਵਧੀਆ ਅਸੀਂ ਕੰਮ ਕੀਤਾ। ਉਹਨਾਂ ਨੂੰ ਦੁਆਲੇ ਪਾਈਪਸ ਵਗੈਰਾ ਲਾਤੀਆਂ ਨੇ, ਟੈਂਪਰੇਰਲੀ ਉਹਨਾਂ ਨੂੰ ਛਾਂ ਦਾ ਇੰਤਜ਼ਾਮ ਕਰਕੇ ਦਿੱਤਾ, ਬੜਾ ਟੈਂਪਰੇਰਲੀ, ਬਟ ਅਸੀਂ ਉਹਦਾ ਰੈਗੂਲਰਲੀ MLA ਸਾਹਿਬ ਨਾਲ ਸਾਡੀ ਗੱਲ ਹੋ ਗਈ ਹੈ, ਉਹਦਾ ਸ਼ੈੱਡ ਵੀ ਬਣਾ ਕੇ ਦੇ ਰਹੇ ਹਾਂ, ਬਹੁਤ ਸੋਹਣਾ ਬਣ ਜਾਏਗਾ। ਇਹ ਸਾਰੇ ਸਾਰ ਰੁੱਖ ਲਵਾਵਾਂਗਾ ਮੈਂ ਮੰਡੀ ਦੇ ਵਿੱਚ ਕਰ ਰਹੇ ਹਾਂ ਔਰ ਬਹੁਤ ਵਧੀਆ ਕਰਾਂਗੇ। ਬੜੀ ਮਤਲਬ ਫਖਰ ਦੀ ਗੱਲ ਹੈ, ਖੁਸ਼ੀ ਦੀ ਗੱਲ ਤੁਹਾਡੇ ਵਾਸਤੇ ਕਿ ਮੈਂ ਕੱਲ੍ਹ ਪਰਸੋਂ ਮੰਡੀ ਦੇ ਸਵੇਰੇ ਆਇਆ ਸੀ, ਉੱਥੇ ਲੋਕਾਂ ਦੀ ਚਰਚਾ ਸੀ ਕਿ ਚੇਅਰਮੈਨ ਸਾਹਿਬ ਨੇ, ਸੈਕਟਰੀ ਸਾਹਿਬ ਨੇ ਗੱਲ ਕੀਤੀ ਹੈ ਕਿ ਮੈਨੂੰ ਐਕਚੁਅਲ ਰਿਪੋਰਟ ਦਿੱਤੀ ਜਾਵੇ, ਕਿੰਨੀ ਵਿੱਚ ਮੰਡੀ ਦੀ ਸਬਜ਼ੀ ਆਉਂਦੀ ਹੈ, ਉਹਦਾ ਕਿੰਨਾ ਰੈਵਨਿਊ ਬਣਦਾ ਹੈ। ਕਹਿੰਦੇ ਇਸ ਤੋਂ ਪਹਿਲਾਂ ਜਦੋਂ ਆ ਸੀ ਇਸ ਤਰ੍ਹਾਂ ਕਦੇ ਲਾਭ ਨਹੀਂ ਸੀ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਦੇਖੋ
ਅਸੀਂ ਜਿਸ ਕੁਰਸੀ ਤੇ ਬੈਠਦੇ ਹਾਂ ਸਾਡੀ ਕੁਝ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਕੰਮ ਨੂੰ ਸਹੀ ਢੰਗ ਦੇ ਨਾਲ ਦੇਖੀਏ। ਮੈਂ ਉਹਦੇ ਵਿੱਚ ਇਹ ਜ਼ਰੂਰ ਕਿਹਾ ਕਿ ਜਿੰਨੇ ਵੀ ਸਾਡੇ ਆੜ੍ਹਤੀ ਸਾਹਿਬਾਨ ਹੈਗੇ ਹੈ ਔਰ ਕੋਈ ਪਰੇਸ਼ਾਨ ਨਾ ਹੋਵੇ, ਕੋਈ ਪ੍ਰਸ਼ਾਸਨ ਦਾ ਸਾਡਾ ਬੰਦਾ ਉਹਨਾਂ ਨੂੰ ਨਜਾਇਜ਼ ਤੌਰ 'ਤੇ ਪਰੇਸ਼ਾਨ ਨਾ ਕਰੇ। ਜੇ ਤੁਹਾਨੂੰ ਕਿਤੇ ਕੋਈ ਲੱਗਦਾ ਕਿ ਇਹਦੇ ਗੜਬੜੀ ਹੈ ਤਾਂ ਮੇਰੀ ਨੌਲੇਜ 'ਚ ਜ਼ਰੂਰ ਲਿਆਂਦਾ ਜਾਵੇ, ਮੈਂ ਉਸ ਚੀਜ਼ ਨੂੰ ਦੇਖ ਲਾਂ। ਪਰ ਕੋਈ ਵੀ ਬੰਦਾ ਸਾਡਾ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਾ ਹੋਵੇ, ਬਲੈਕਮੇਲ ਨਹੀਂ ਹੋਣਾ ਚਾਹੀਦਾ। ਅਸੀਂ ਗੱਲ ਕਰ ਰਹੇ ਸਰ, ਸਬਜ਼ੀ ਮੰਡੀ ਵਾਲਾ ਕਹਿਣਾ ਸੀ, ਆੜ੍ਹਤੀ ਨੇ ਕਹਿਣਾ ਸੀ ਕਿ ਚੇਅਰਮੈਨ ਸਾਹਿਬ ਨੇ ਗੱਲ ਕੀਤੀ ਮੈਨੂੰ ਕੁਛ ਨਹੀਂ ਚਾਹੀਦਾ, ਲੇਕਿਨ ਮਾਰਕੀਟ ਵਿੱਚ ਪੂਰੀ ਚਾਹੀਦੀ। ਮਾਰਕੀਟ ਫੀਸ ਸਾਨੂੰ ਪਹਿਲਾਂ ਵੀ ਪੂਰੀ ਆ ਰਹੀ ਹੈ, ਕੋਈ ਐਸੀ ਗੱਲ ਨਹੀਂ, ਸਾਡੇ ਕੋਈ ਦਿੱਕਤ ਦਾ ਵਿਸ਼ਾ ਨਹੀਂ ਹੈ। ਫਿਰ ਵੀ ਜੇ ਕਿਤੇ ਕੋਈ ਗੜਬੜ ਕਰਦਾ ਤੇ ਅਸੀਂ ਜ਼ਰੂਰ ਉਹਨੂੰ ਚੈੱਕ ਕਰਾਂਗੇ। ਬਿਲਕੁਲ ਉਹ ਸਪੇਅਰ ਨਹੀਂ ਤੁਸੀਂ ਇਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਮੰਨਦੇ ਹੋ? ਦੇਖੋ, ਮੈਂ MLA ਸਾਹਿਬ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਾਂ ਤੇ ਸ਼ਾਇਦ ਉਹ ਕਿਸੇ ਨੂੰ ਇਹ ਲੱਗੂਗਾ ਕਿ ਇਹ ਤਾਂ ਉਹਨਾਂ ਦਾ ਸਪੋਰਟਰ ਹੈ, ਉਹਨਾਂ ਦਾ ਵਰਕਰ ਹੈ, ਪਾਰਟੀ ਦਾ ਲੀਡਰ ਹੈ। ਇਹ ਗੱਲ ਤਾਂ ਤੁਹਾਨੂੰ ਵੈਸੇ ਆਮ ਜਨਤਾ ਤੋਂ ਪੁੱਛਣੀ ਚਾਹੀਦੀ। ਅਗਰ ਮੈਂ ਹੁਣ ਤੁਸੀਂ ਮੇਰੇ ਵਿਚਾਰ ਲਏ ਹੈ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਜਿੰਨਾ ਇਹਨਾਂ ਨੇ 1 ਸਾਲ ਦੇ ਵਿੱਚ ਲੋਕਾਂ ਦੇ ਨੇੜੇ ਹੋ ਕੇ ਕੰਮ ਕੀਤਾ, ਲੋਕਾਂ ਦੇ ਮਨਾਂ ਦੇ ਵਿੱਚ ਰਾਜ ਕੀਤਾ ਔਰ ਹਰ ਕੰਮ ਨੂੰ ਇਹਨਾਂ ਨੇ ਆਪ ਟੱਚ ਕਰਕੇ ਔਰ ਉਹਦੇ ਵਿੱਚ ਇੰਨੀ ਇੰਪਰੂਵਮੈਂਟ ਕੀਤੀ ਹੈ। ਸ਼ਾਇਦ ਜਿਹੜਾ ਅਸੀਂ ਸਮਝਦੇ ਸੀ ਕਿ 3 ਸਾਲ ਲੇਟ ਸੀਗੇ ਅਸੀਂ, ਉਹ ਅਸੀਂ ਹੁਣ ਮੈਂ ਨਹੀਂ ਕਹਿ ਸਕਦਾ ਲੇਟ ਹੈ, ਅਸੀਂ ਐਡਵਾਂਸ ਹੈ ਪੰਜਾਬ ਦੇ ਦੂਜੇ ਸਾਰਿਆਂ ਨਾਲੋਂ। ਇਹ ਸਿਰਫ MLA ਸਾਹਿਬ ਦੀ ਕਾਰਜਸ਼ੈਲੀ। ਜਦੋਂ ਹਲਕੇ ਦੇ ਪਿੰਡ ਜਾਂਦੇ ਸਨ, ਜਿੱਥੇ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਮਾਮਲਾ ਜਿਹੜਾ ਸੀ ਪ੍ਰਸ਼ਾਦ ਬਣਾਉਣ ਵਾਲਾ, ਕੁਝ ਹੋਰ ਬੋਲ ਲੈ ਰਹੇ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੇਰੇ ਤੋਂ ਪਹਿਲਾਂ ਵੀ ਇੱਕ ਵਾਰੀ ਇਹ ਅੱਜ ਇਸੇ ਮਾਮਲੇ ਤੇ ਇੱਕ ਪ੍ਰੈਸ ਵਾਲਿਆਂ ਨੇ ਸਵਾਲ ਪੁੱਛਿਆ ਹੈ। ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਇਹ ਸਾਡੇ ਹਲਕੇ ਦੇ ਲਈ ਸਭ ਤੋਂ ਮਾੜੀ ਤੇ ਮੰਦਭਾਗੀ ਘਟਨਾ ਸੀਗੀ, ਜਿਹਦੇ ਵਿੱਚ ਅਸੀਂ ਇੱਕ ਭਾਈਚਾਰਕ ਸਾਂਝ ਬਣਾ ਕੇ ਇੱਕ ਪਰਿਵਾਰ ਦੀ ਤਰ੍ਹਾਂ ਇੱਥੇ ਰਹਿੰਦੇ ਹਾਂ। ਇੱਥੇ ਕੋਈ ਐਸੀ, ਕੋਈ ਜਰਨਲ, ਕੋਈ ਅੱਪਰ ਸ਼੍ਰੇਣੀ ਦਾ ਸਾਨੂੰ ਤੇ ਪਤਾ ਹੀ ਨਹੀਂ ਵੀ ਐਸੀ ਅੱਪਰ ਦੇ ਵਿੱਚ ਫਰਕ ਕੀ ਹੁੰਦਾ। ਸਿਰਫ ਪਰ ਸਾਡੇ ਪੁਰਖਾਂ ਨੇ, ਸਾਡੇ ਬਜ਼ੁਰਗਾਂ ਨੇ ਸਾਨੂੰ ਰਲ ਕੇ ਰਹਿਣਾ ਸਿਖਾਇਆ ਹੈ, ਭਾਈਚਾਰਕ ਸਾਂਝ ਸਿਖਾਈ ਹੈ। ਅਸੀਂ ਇੱਕ ਥਾਲੀ 'ਚ ਖਾਣ ਵਾਲੇ ਆ, ਇੱਕ ਪਰਿਵਾਰਾਂ ਤਰ੍ਹਾਂ ਰਹਿਣ ਵਾਲੇ ਆ। ਸਾਡੇ ਵਿੱਚ ਤਾਂ ਕਦੇ ਇਹਦਾ ਫਰਕ ਹੀ ਨਹੀਂ ਸੀ। ਪਰ ਇਹ ਜਿਹੜਾ ਜਾਨੀ ਸਰ ਵਾਲਾ ਇਸ਼ੂ ਹੈ ਨਾ, ਇਹ ਬਿਲਕੁਲ ਇਹਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਸੀ। ਇਹਦੇ 'ਤੇ ਮੈਂ ਮੰਨਦਾ ਕਿ ਕੁੱਟਮਾਰ ਹੋ ਗਈ, ਉਹ ਚੋਰੀ ਦਾ ਰੌਲਾ ਪੈ ਗਿਆ, ਰਾਤ 11 11:30 ਵਿੱਚ ਆਇਆ। ਜਿਹੜੇ ਪਰਿਵਾਰ 'ਚ ਗਿਆ ਉਹ ਵੀ ਐਸੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀਗੇ, ਪਰ ਕੋਈ ਕਿਸੇ ਦੀ ਨਿੱਜੀ ਭਾਵਨਾ ਨਹੀਂ ਸੀ ਕਿਸੇ ਉਹ ਜੇ ਇੱਕ ਪਿੰਡ ਦੇ ਵਿੱਚ ਮਾਹੌਲ ਜਾਣਦਾ ਚੋਰ ਵਾਲੀ ਗੱਲ ਲੱਗੀ। ਪਰ ਕੁਝ ਪੋਲੀਟੀਕਲ ਆਦਮੀਆਂ ਨੇ ਉਹਨੂੰ ਰੰਗਤ ਗਲਤ ਦੇ ਕੇ, ਪੈਸ਼ਾਬ ਪਿਆਉਣ ਵਾਲੀ ਰੰਗਤ ਦੇ ਕੇ, ਜਾਤੀਵਾਦ ਦਾ ਰਾਤ ਨੂੰ 11 ਵਜੇ ਕਿਹਨੂੰ ਪਤਾ ਸੀ 2 ਵਜੇ ਵੀ ਇਹ ਚੋਰ ਜਿਹੜਾ ਕਿਹੜੀ ਜਾਤੀ ਨਾਲ ਸੰਬੰਧ ਰੱਖਦਾ। ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਹੋ ਸਕਦਾ ਵੀ ਜਦੋਂ ਚੋਰ ਕਰਨ ਆਇਆ, ਚੋਰੀ ਦਾ ਕੋਈ ਇਹ ਥੋੜਾ ਕਿ ਕੋਈ ਜਾਤੀ, ਇੱਕ ਜਾਤੀ ਦਾ ਬੰਦਾ ਹੀ ਚੋਰ ਹੁੰਦਾ, ਚੋਰ ਤਾਂ ਕੋਈ ਵੀ ਹੋ ਸਕਦਾ। ਤਾਂ ਉਸ ਕਰਕੇ ਉਹ ਸਾਰਾ ਇੱਕ ਗਲਤ ਬਣਤਰ ਬਣਾਈ ਗਈ ਸੀ ਔਰ ਉਹਦੇ ਵਿੱਚ ਜੋ ਮੇਰੇ ਸਾਹਮਣੇ ਹੁਣ ਸਾਰੀ ਗੱਲ ਆਈ ਹੈ, ਉਹਦੇ ਵਿੱਚ ਕਮਿਸ਼ਨਰ ਆਏ ਸੀ SC ਐਕਟ ਦੇ ਪੰਜਾਬ ਲੈਵਲ ਦੇ, ਸੈਂਟਰ ਲੈਵਲ ਦੇ, ਉਹਨਾਂ ਨੇ ਪਿੰਡ ਦਾ ਜਾਇਜ਼ਾ ਲਿਆ, ਅਫਸਰਾਂ ਨੇ ਲਿਆ, ਸਾਰੀਆਂ ਗੱਲਾਂ ਗਲਤ ਪਾਈਆਂ ਗਈਆਂ। ਪਿਸ਼ਾਬ ਪਿਆਉਣ ਵਾਲੀ ਲਗਭਗ ਮੈਨੂੰ ਸਾਡੇ ਸਾਰਾ ਹਲਕਾ ਹੀ ਕਹਿ ਰਿਹਾ, ਸਾਰਾ ਪਿੰਡ ਕਹਿ ਰਿਹਾ ਸੀ ਵੀ ਗਲਤ ਗੱਲ ਹੈ, ਉਹ ਵੀ ਗਲਤ ਹੈ। ਔਰ ਜਿਹੜੇ ਉਹਨੂੰ ਰੰਗਤ ਦਿੰਦੇ ਸੀਗੇ ਉਹਨਾਂ ਤੇ ਮੈਂ ਅੱਜ ਆ ਵੇਖਿਆ ਕਿ FIR ਇੱਕ ਦਰਜ ਹੋਈ, ਉਹ ਆਪ ਕਮਿਸ਼ਨ ਦੇ ਸਾਹਮਣੇ ਹੀ ਜਿਹੜੇ ਕਿ ਇੱਕ ਸਾਡੇ SC ਐਕਟ ਦੇ ਤਹਿਤ ਨੇ ਜਿਹੜੇ ਉਹ ਗਲਤ ਸ਼ਬਦ, ਜਾਤੀਵਾਦ ਦੇ ਗਲਤ ਸ਼ਬਦ ਯੂਜ਼ ਕਰੀ ਜਾਂਦੇ ਆ, ਤੇ ਉਹਨਾਂ ਦੇ ਉਲਟਾ ਪਰਚਾ ਦਰਜ ਹੋਇਆ। ਔਰ ਇਹ ਗੱਲ ਬਿਲਕੁਲ ਸਹੀ ਸਾਹਮਣੇ ਆਈ ਹੈ ਕਿ ਜੇ ਇਹ ਤੁਸੀਂ ਕਿਸੇ ਦਾ, ਅੱਜ ਇਹ ਗੱਲ ਕਹਾਵਤ ਹੈ ਕਿ ਜੇ ਕਿਸੇ ਲਈ ਖੱਡਾ ਪੱਟੋਗੇ ਤਾਂ ਤੁਹਾਡੇ ਲਈ ਖੂਹ ਪੱਟਾ ਜਾਏਗਾ, ਔਰ ਉਹ ਅੱਜ ਗੱਲ ਇਹ ਸਾਹਮਣੇ ਆਈ ਹੈ ਕਿ ਤੁਸੀਂ, ਮੈਂ ਤਾਂ ਅੱਜ ਵੀ ਇਹ ਬੇਨਤੀ ਕਰਦਾ, ਮੇਰਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ, ਦੁਸ਼ਮਣੀ ਨਹੀਂ ਹੈ, ਮੈਂ ਅੱਜ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਰਾਜਨੀਤੀ ਕਰਨੀ ਹੈ ਤੇ ਤੁਸੀਂ ਕੰਮ ਦੇ ਆਧਾਰ ਤੇ ਕਰੋ, ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਕਰੋ, ਤੁਸੀਂ ਨੌਕਰੀਆਂ ਦੇ ਨਾਂ ਤੇ ਕਰੋ, ਤੁਸੀਂ ਕਿਸਾਨਾਂ ਦੀ ਲੜਾਈ ਦੇ ਨਾਂ ਤੇ ਕਰੋ, ਕਿਸੇ ਦੇ ਭਲੇ ਦੇ ਨਾਂ ਤੇ ਕਰੋ, ਪਰ ਇਹੋ ਜਿਹੀ ਗਲਤ ਰਾਜਨੀਤੀ ਪਿੰਡਾਂ 'ਚ ਨਾ ਲਿਆਓ ਜਿਹਦੇ ਨਾਲ ਸਾਡੀ ਸੈਂਕੜੇ ਸਾਲਾਂ ਤੋਂ ਭਾਈਚਾਰਕ ਸਾਂਝ ਟੁੱਟ ਜੇ ਔਰ ਸਾਡੇ ਵਿੱਚ ਇੱਥੇ ਐਵੇਂ ਕਤਲੋਗਾਰਤ ਵਰਗੇ ਹਾਲਾਤ ਪੈਦਾ ਹੋ ਜਾਣ। ਇਹੋ ਜਿਹੇ ਬੰਦਿਆਂ ਨੂੰ ਮੈਂ ਅੱਜ ਹਦਾਇਤ ਕਰਨੀ ਚਾਹੁੰਦਾ ਕਿ ਜਿਹੜੇ ਜਾਤੀਵਾਦ ਦੇ ਨਾਂ ਤੇ ਰਾਜਨੀਤੀ ਕਰਦੇ ਨੇ, ਪਲੀਜ਼ ਉਹ ਇਹਨਾਂ ਥਾਵਾਂ ਤੋਂ, ਇਹਨਾਂ ਗੱਲਾਂ ਤੋਂ ਉੱਪਰ ਉੱਠਣ।
ਇੱਕ ਹੋਰ ਸਵਾਲ ਹੈ ਜੀ, ਕੱਲ ਦੁਸਹਿਰਾ ਮਨਾਇਆ ਜਾ ਰਿਹਾ ਹੈ ਔਰ ਕਾਂਗਰਸ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਦੁਸਹਿਰਾ ਕੱਲ ਮਨਾਇਆ ਜਾ ਰਿਹਾ, ਨੋ ਡਾਊਟ ਉਹਦੇ ਵਿੱਚ ਸਾਡੇ ਐਮਐਲਏ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਕੱਲਾ ਕਾਂਗਰਸ ਪਾਰਟੀ ਦਾ ਦੁਸਹਿਰਾ ਹੈ, ਉਹ ਪੂਰੇ ਇਲਾਕੇ ਦਾ ਦੁਸਹਿਰਾ ਹੈ। ਪੂਰੇ ਮੈਂ ਇੱਕ ਤੁਹਾਨੂੰ ਖੁਸ਼ੀ ਦੀ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਐਮਐਲਏ ਸਾਹਿਬ ਨੇ ਤਾਂ ਇਹ ਦੁਸਹਿਰੇ ਨੂੰ ਕੱਲਾ ਜਲਾਲਾਬਾਦ ਦਾ ਨਹੀਂ, ਮੈਂ ਕਹਿੰਦਾ ਪੂਰੇ ਫਿਰੋਜ਼ਪੁਰ ਪਾਰਲੀਮੈਂਟ ਦਾ ਦੁਸਹਿਰਾ ਇਸ ਵਾਰ ਬਣਾਤਾ। ਵੇਖੋ ਤੁਸੀਂ ਕਿੰਨੇ ਲੋਕ ਆਣਗੇ ਕੱਲ, ਕਿੱਡਾ ਸੋਹਣਾ ਸੁਨੱਖੇ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਔਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਮਐਲਏ ਸਾਹਿਬ ਨੇ ਆਪਣੀ ਨਿੱਜੀ ਜੇਬ ਚੋਂ ਤੇ ਆਪਣੇ ਸਮਰਥਕਾਂ ਨੂੰ ਵੀ ਉਹਨੇ ਜਿੰਨੀ ਕਿ ਕਿਸੇ ਦੀ ਗੁੰਜਾਇਸ਼ ਸੀ ਕਿਹਾ ਲਾਓ ਤੇ ਵਧੀਆ ਪੈਸੇ ਖਰਚ ਕੇ ਇਸ ਤਿਉਹਾਰ ਨੂੰ ਇੱਕ ਬਹੁਤ ਸੁਚੱਜੇ ਤਰੰਗ ਨਾਲ ਮਨਾਇਆ ਜਾ ਰਿਹਾ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਬੀਬੀਆਂ ਨੇ, ਭੈਣਾਂ ਨੇ, ਉਹਨਾਂ ਲਈ ਬੈਠਣ ਦਾ ਵਿਵਸਥਾ ਜਿਹੜੀ ਅਲੱਗ ਕੀਤੀ ਗਈ ਹੈ। ਟ੍ਰੈਫਿਕ ਕੰਟਰੋਲ ਦੀ ਵਿਵਸਥਾ ਅਸੀਂ ਆਪ ਯੂਥ ਕਾਂਗਰਸ ਦੀਆਂ ਟੀਮਾਂ ਲਾ ਕੇ ਕੀਤੀ ਹੈ। ਮਤਲਬ ਕਿ ਸਹਿਯੋਗ ਪੂਰਾ ਲਿਆ ਔਰ ਦੁਸਹਿਰਾ ਸਾਰੇ ਇਲਾਕੇ ਦਾ, ਸਾਰੀ ਜਨਤਾ ਦਾ ਸਾਂਝਾ ਤਿਉਹਾਰ ਹੈ ਤੇ ਮਨਾਇਆ ਜਾ ਰਿਹਾ। ਦੁਸਹਿਰਾ ਮਨਾਇਆ ਜਾਂਦਾ ਹੈ, ਸਾਰੀ ਪਬਲਿਕ ਵਾਸਤੇ ਆਮ ਹੁੰਦਾ ਹੈ, ਲੇਕਿਨ ਜਿਸ ਤਰ੍ਹਾਂ VIP ਪਾਸ ਜਾਂ ਪਾਸ ਵੰਡੇ ਗਏ ਹਨ, ਇੱਥੋਂ ਤੁਸੀਂ ਕੀ ਨਜ਼ਰ ਲੈਂਦੇ ਹੋ ਵੀ ਇਸ ਤੇ ਸਿਰਫ VIP ਬੰਦੇ ਪਹੁੰਚ ਸਕਦੇ ਹਨ ਜਾਂ ਉਹੀ ਬੰਦਾ ਪਹੁੰਚ ਸਕਦਾ ਜਿਹੜਾ ਜਿਸ ਪਾਰਟੀ ਦਾ? ਨਹੀਂ, ਇਹ ਗੱਲ ਨਹੀਂ ਹੁੰਦੀ। ਆਹ ਜ਼ਰੂਰ ਹੁੰਦਾ ਕਿ ਹਰੇਕ ਫੰਕਸ਼ਨ ਦੇ ਵਿੱਚ ਅਸੀਂ ਸਾਰਿਆਂ ਲਈ ਬਹੁਤ ਵਧੀਆ ਇੰਤਜ਼ਾਮ ਕੀਤੇ ਹੈ, ਪਰ ਕਈ ਵਾਰੀ ਕੀ ਹੁੰਦਾ ਕਿ ਕੁਝ VIP ਸਾਡੇ ਆਏ ਹੁੰਦੇ ਆ ਗੈਸਟ, ਉਹ ਕਈ ਵਾਰ ਸਹੀ ਜਗ੍ਹਾ ਤੇ ਨਹੀਂ ਪਹੁੰਚ ਸਕਦੇ। ਉਹਦੇ ਲਈ ਵਲੰਟੀਅਰਸ ਨੂੰ ਥੋੜ੍ਹਾ ਜਿਹਾ ਇਸ਼ਾਰਾ ਹੋ ਜਾਂਦਾ ਕਿ ਜਿਹੜੇ ਸਾਡੇ VIP ਆ ਰਹੇ ਨੇ ਉਹਨਾਂ ਦੇ ਕੋਲ ਜੋ ਗੇਟ ਪਾਸ ਹੈ ਤੇ ਉਹਨਾਂ ਨੂੰ ਉਸ ਗੇਟ ਰਾਹੀਂ ਲੰਘਾਤਾ ਜਾਵੇ। ਥੋੜ੍ਹਾ ਜਿਹਾ ਇਹਦੇ ਲਈ ਡਿਫਰੈਂਸਿਸ ਜਿਹੜੇ ਕਿ ਸਟੇਜ ਤੇ ਮੰਚ ਤੇ ਸਾਡੇ ਬੰਦੇ ਜਾਣੇ ਹੁੰਦੇ ਆ, ਉਹਨਾਂ ਨੂੰ ਫਿਰ ਉਹ ਭੀੜ ਭੜੱਕੇ 'ਚ ਲਿਜਾਣਾ ਔਖਾ ਹੋ ਜਾਂਦਾ, ਉਸ ਲਈ ਇੰਨਾ ਕੁ ਕੰਮ। ਤੁਹਾਡੇ ਮੁਤਾਬਕ ਵੀ ਅੱਜ ਤੱਕ ਜਲਾਲਾਬਾਦ 'ਚ ਇਸ ਤਰ੍ਹਾਂ ਦੁਸਹਿਰਾ ਕਿਧਰੇ ਨਾ ਅੱਜ ਪੂਰੇ ਇਲਾਕੇ ਲਈ, ਪੂਰੇ ਜ਼ਿਲ੍ਹੇ ਲਈ ਦੁਸਹਿਰੇ ਦਾ ਮਾਹੌਲ ਬਣਿਆ। ਪਹਿਲੇ ਤਾਂ ਇਹ ਦੁਸਹਿਰਾ ਐਵੇਂ ਕੁਛ ਘਰੇਲੂ ਜਾਂ ਬਣਾ ਕੇ ਕਰ ਦਿੰਦੇ ਸੀਗੇ। ਤੁਹਾਡਾ ਮਤਲਬ ਘਰੇਲੂ ਦਾ ਮਤਲਬ ਵੀ ਕੋਈ ਦੂਸਰੀ ਪਾਰਟੀ ਜਾਂ ਵੈਸੇ? ਨਹੀਂ, ਦੇਖੋ ਜੋ ਵੀ ਹੈ, ਮੈਂ ਗੱਲ ਕਹਿੰਦਾ ਕਿ ਇੰਨਾ ਅਸੀਂ ਕਦੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਦੁਸਹਿਰਾ ਹੋ ਰਿਹਾ। ਹੁਣ ਸਾਰੇ ਸ਼ਹਿਰ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ ਦੁਸਹਿਰਾ, ਤੇ ਸਾਰੇ ਲੋਕ ਆਉਣਗੇ ਦੁਸਹਿਰੇ ਤੇ। ਸੇਲੇ ਵਾਲਾ ਮੈਨੂੰ ਤਾਂ ਉਹਨਾਂ ਨੇ ਪੁੱਛਿਆ, ਮੈਂ ਉਹਨਾਂ ਦਾ ਜਵਾਬ ਦੇਣਾ ਚਾਹੁੰਦਾ ਕਿ ਪਿਛਲੀ ਮੀਟਿੰਗ ਜਿਹੜੀ ਕੈਬਨਿਟ ਦੀ ਸੀਗੀ ਉਹਦੇ ਵਿੱਚ ਮੇਰੀ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਸੀ। ਫੰਡ ਜਿਹੜੇ ਨੇ ਅਰੇਂਜ ਹੋ ਚੁੱਕੇ ਨੇ, ਪੈਸੇ ਜਮ੍ਹਾਂ ਹੋ ਗਏ ਨੇ। ਮੈਨੂੰ ਲੱਗਦਾ ਕਿ ਆ ਸੀਜ਼ਨ ਦੇ ਪਹਿਲਾਂ ਹੀ ਮਹੀਨੇ ਡੇਢ ਮਹੀਨੇ 'ਚ ਟੈਂਡਰਾਂ ਵਾਲੇ ਪਾਸੇ ਸਾਰਾ ਸਿਸਟਮ ਚਲਾ ਜਾਏਗਾ ਔਰ ਬਹੁਤ ਜਲਦੀ ਹੋ ਜਾਏਗਾ। ਵੈਸੇ ਇੱਕ ਹੋਰ ਸਵਾਲ ਹੈ ਕਿ ਜੋ ਸੋਸ਼ਲ ਮੀਡੀਆ ਤੇ ਜਾਂ ਨਿਊਜ਼ਪੇਪਰਾਂ 'ਚ ਚਰਚਾ ਚੱਲਦੀ ਹੈ ਨਵਜੋਤ ਸਿੰਘ ਸਿੱਧੂ ਜੀ ਬਾਰੇ, ਜੋ ਉਹਨਾਂ ਨੂੰ ਦੁਸਹਿਰੇ ਤੋਂ ਬਾਅਦ ਬਹੁਤ ਵਧੀਆ ਉਹਦਾ ਮਿਲ ਰਿਹਾ ਹੈ, ਦੁਬਾਰਾ ਵਾਪਸੀ ਹੋ ਰਹੀ ਹੈ ਉਹਨਾਂ ਦੀ, ਤਾਂ ਜੇ ਉਹ ਵਾਪਸੀ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਦੇਖੋ, ਨਵਜੋਤ ਸਿੱਧੂ ਜੀ ਸਾਡੇ ਇੱਕ ਬਹੁਤ ਵਧੀਆ ਫੇਮਸ ਚਿਹਰਾ ਹੈ ਔਰ ਇਮਾਨਦਾਰ ਨਿਡਰ ਜਰਨੈਲ ਹੈ ਕਾਂਗਰਸ ਪਾਰਟੀ ਦਾ, ਔਰ ਜੋ ਗੱਲ ਬੇਬਾਕ ਗੱਲ ਕਰਨੀ ਜਾਣਦਾ ਹੈ ਔਰ ਇਮਾਨਦਾਰ ਆਦਮੀ ਹੀ ਜਿਹੜੀ ਹੈ ਆਪਣੀ ਗੱਲ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਰੱਖ ਸਕਦਾ ਹੈ। ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਸਿੱਧੂ ਸਾਹਿਬ ਅੱਜ ਵੀ ਉਹ ਪਾਰਟੀ ਦੇ ਲਈ ਕੰਮ ਕਰ ਰਹੇ ਨੇ, ਨੋ ਡਾਊਟ, ਪਰ ਜਦੋਂ ਉਹਨੂੰ ਅੱਗੇ ਹੋਰ ਪਾਰਟੀ ਅਹੁਦੇਦਾਰੀ ਦੇਗੀ, ਜ਼ਿੰਮੇਵਾਰੀ ਸੌਂਪੇਗੀ, ਤੇ ਉਹ ਸਾਡੀ ਪਾਰਟੀ ਨੂੰ ਹੋਰ ਚਾਰ ਚੰਦ ਲਾਉਣਗੇ ਔਰ ਪਾਰਟੀ ਸਾਡੀ ਮਜ਼ਬੂਤੀ ਵੱਲ ਜਾਏਗੀ। ਇਹ ਸਨ ਮਿਸਟਰ ਰਾਜਬਖਸ਼ ਕੰਬੋਜ ਜੀ, ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਜਿਨ੍ਹਾਂ ਨੇ ਕੁਬੇਰ ਕੇਸਰੀ ਦੁਆਰਾ ਪੁੱਛੇ ਗਏ ਹਰ ਸਵਾਲ ਦਾ ਬਾਖੂਬੀ ਜਵਾਬ ਦਿੱਤਾ, ਚਾਹੇ ਉਹ ਮੰਡੀ ਦੇ ਪ੍ਰਤੀ ਸਵਾਲ ਸੀ, ਚਾਹੇ ਸਬਜ਼ੀ ਮੰਡੀ ਦੇ ਪ੍ਰਤੀ ਸੀ, ਚਾਹੇ ਰਾਜਨੀਤੀ ਸਵਾਲ ਸੀ। ਜਲਾਲਾਬਾਦ ਤੋਂ ਪਾਰਸ ਮੈਦਾਨ ਦੇ ਨਾਲ ਮੈਂ ਸੀ ਉਮੜਾ ਕੁਬੇਰ ਕੇਸਰੀ।